मेरी लहर विच खुल गई जे कुछ है संग रंग हजार मां गुजरी गालानी जिगी नूरी जिगी नोहारनी गुरु तेग बहादुर ग्रह विखे जिस पट में लिया अवतारनी ये ओही नानक जोत है ये ओही नानक जोत है जिदी महिमा परंपारनी जिस नदी जो हो उदय रोशनाया कुल संसारनी ये ओही नानक जोत है ये ओही नानक जोत है। सच प्रेम दया इंसाफ ਅਤੇ ਸਾਂਝੀਵਾਲਤਾ ਦਾ ਪੈਗਾਮ ਦੇਣ ਲਈ ਗੁਰੂ ਨਾਨਕ ਦੇਵ ਜੀ ਆਪਣੇ ਸੰਗੀਤਕਾਰ ਸੰਗੀ ਮੁਸਲਮਾਨ ਰਬਾਬੀ ਮਰਦਾਨੇ ਨੂੰ ਨਾਲ ਲੈ ਕੇ ਆਪਣੀ ਵਿਸ਼ਾਲ ਯਾਤਰਾ ਤੇ ਰਵਾਨਾ ਹੋਏ। ਇਹਨਾਂ ਨੂੰ ਚਾਰ ਉਦਾਸੀਆਂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਗੁਰੂ ਨਾਨਕ ਇਹਨਾਂ ਉਦਾਸੀਆਂ ਦੌਰਾਨ ਮੱਕੇ ਵੀ ਗਏ। मक्के विच सुते पे नानक दे पैर काबे वल देख के किसी ने क्रोध नाल पूछया, तुसा रब दे घर वल पैर क्यों पसारे? नानक आप गया सदा वाला तो है जिधर रब दा कर रही मेरे उधर कर दो पैर। बाबा के आजिया शुभ अमना भाजो रोई बाबा के आजिया उठन गले मान दी आजी मुल्ला कथे होई अड्डा सांग वरताया लख मसक कुदरत कोई बाबा के आजिया बाबा के आजिया। जगन्नाथपुरी का मंदिर संध्या की आरती का समा पर नानक मंदिर के बाहर तालियां भरे आसमान हेठ खड़े रहे। पुजारी ने पूछन ते कहने लगे, खत्म हो गई आरती? पर मेरे प्रभु की आरती कदे खत्म नहीं होती, ये हर समय हर तरह चलती रहती है। ये सारा गगन उसकी आरती का थाल है। सूरज ते चंद दीवियां वांग बन रहे हैं। ये सारा ब्रह्मांड प्रभु का मंदिर है। कैसी आरती होए
ਵੱਖ-ਵੱਖ ਵੇਸਾਂ, ਧਰਮਾਂ ਅਤੇ ਜਾਤਾਂ ਕਾਰਨ ਵੰਡੀ ਹੋਈ ਮਾਨਵਤਾ ਨੂੰ ਸਾਂਝੀਵਾਲਤਾ ਅਤੇ ਪ੍ਰੇਮ ਦਾ ਚਾਨਣ ਬਣਦੀ ਨੂਰਾਨੀ ਜੋਤ ਗੁਰੂ ਨਾਨਕ ਦੇਵ ਜੀ ਨੇ ਆਪਣੀ ਰਚੀ ਅਤੇ ਇਕੱਤਰ ਕੀਤੀ ਬਾਣੀ ਦੀ ਪੋਥੀ ਭਾਈ ਲਹਿਣਾ ਜੀ ਅੱਗੇ ਧਰ ਕੇ ਉਹਨਾਂ ਨੂੰ ਸੀਸ ਨਿਵਾਇਆ, ਗੁਰਗੱਦੀ ਅਰਪਣ ਕੀਤੀ। ਭਾਈ ਲਹਿਣੇ ਤੋਂ ਗੁਰੂ ਅੰਗਦ ਬਣਾਇਆ। ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਸਾ ਕੇ ਧਰਮ ਦੇ ਪ੍ਰਚਾਰ ਦਾ ਨਵਾਂ ਕੇਂਦਰ ਸਥਾਪਿਤ ਕੀਤਾ। ਗੁਰਮੁਖੀ ਅੱਖਰਾਂ ਦੇ ਪਸਾਰ ਲਈ ਵਿਸ਼ੇਸ਼ ਉਪਰਾਲੇ ਕੀਤੇ। ਤੀਸਰੀ ਪਾਤਸ਼ਾਹੀ ਸ਼੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਸਾਇਆ। ਸਿੱਖ ਸੰਤਾਂ ਦੀ ਵੱਧਦੀ ਗਿਣਤੀ ਦਾ ਸਦਕਾ ਸਾਂਝੀ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦੀ ਪ੍ਰਥਾ ਨੂੰ ਹੋਰ ਵੀ ਬਲ ਮਿਲਿਆ। ਗੁਰੂ ਅਮਰਦਾਸ ਜੀ ਨੇ ਸਮਾਜ ਵਿੱਚ ਇਸਤਰੀ ਦੇ ਰੁਤਬੇ ਨੂੰ ਉੱਚਾ ਉਠਾਉਣ ਲਈ ਵਿਸ਼ੇਸ਼ ਯਤਨ ਕੀਤੇ। ਵਿਧਵਾ ਵਿਆਹ ਦੀ ਪ੍ਰੇਰਣਾ ਦਿੱਤੀ ਤੇ ਸਤੀ ਦੀ ਰਸਮ ਦਾ ਖੰਡਨ ਕੀਤਾ। ਸਤਿਆਂ ਸੇ ਨਾ ਆਖੀਆਂ ਜੋ ਮੜੀਆਂ ਲਗ ਜਲਨ, ਸਤਿਆਂ ਸੇ ਦਾਨ ਕਾ ਜੋ ਬਿਰਹਾ ਚੋਟ ਮਰਨ, ਜੋ ਬਿਰਹਾ ਚੋਟ ਮਰਨ। ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਨੇ ਨਵਾਂ ਨਗਰ ਵਸਾਇਆ, ਜਿਸ ਨੂੰ ਚੱਕ ਰਾਮਦਾਸ ਕਿਹਾ ਜਾਂਦਾ ਸੀ, ਜਿਸ ਨੂੰ ਅਸੀਂ ਸ੍ਰੀ ਅੰਮ੍ਰਿਤਸਰ ਦੇ ਨਾਮ ਦੇ ਨਾਲ ਜਾਣਦੇ ਹਾਂ। ਸ੍ਰੀ ਗੁਰੂ ਰਾਮਦਾਸ ਜੀ ਨੇ ਇੱਥੇ ਸਰੋਵਰ ਦੀ ਖੁਦਵਾਈ ਵੀ ਕਰਵਾਈ। ਸ੍ਰੀ ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ। ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤ ਸਰੋਵਰ ਦੇ ਵਿਚਕਾਰ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਕਰਵਾਈ। ਉਸ ਦਾ ਨੀਂਹ ਪੱਥਰ ਮੁਸਲਮਾਨ ਸੂਫੀ ਫਕੀਰ ਸਾਈਂ ਮੀਆਂ ਮੀਰ ਤੋਂ ਰਖਵਾ ਕੇ ਸਾਂਝੀਵਾਲਤਾ, ਇਨਸਾਨੀ ਪ੍ਰੇਮ ਅਤੇ ਸਭ ਧਰਮਾਂ ਪ੍ਰਤੀ ਸਤਿਕਾਰ ਦੇ ਸੰਦੇਸ਼ ਨੂੰ ਸਾਕਾਰ ਰੂਪ ਪ੍ਰਦਾਨ ਕੀਤਾ। ਇਲਾਹੀ ਸੁੰਦਰਤਾ ਦਾ ਮੁਜੱਸਮਾ, ਰੂਹਾਨੀ ਸ਼ਾਂਤੀ ਦਾ ਸੋਮਾ ਤੇ ਹਰ ਪਲ ਰਾਗਮਈ ਬਾਣੀ ਨਾਲ ਤਰੰਗਿਤ ਜਲ ਵਿੱਚ ਸੁਭਾਇਮਾਨ ਇੱਕ ਅਨੋਖੀ ਮੌਜੂਦਗੀ ਹੈ ਸ਼੍ਰੀ ਦਰਬਾਰ ਸਾਹਿਬ। डिठे सबे थाओ नहीं तुझे यार, डिठे सबे थाओ नहीं तुझे यार। श्री गुरु अर्जन देव जी ने ही श्री गुरु ग्रंथ साहब का संपादन किया। इस पावन ग्रंथ विच अपने समेत 5 गुरु साहिबान की बाणी दे नाल ਵੱਖ-ਵੱਖ ਧਰਮਾਂ, ਜਾਤਾਂ ਅਤੇ ਇਲਾਕਿਆਂ ਨਾਲ ਸੰਬੰਧਿਤ ਸੰਤਾਂ, ਭਗਤਾਂ ਤੇ ਸੂਫੀਆਂ ਦੀ ਬਾਣੀ ਵੀ ਸ਼ਾਮਿਲ ਕੀਤੀ। सब धर्म मिल के बैठे
हर जात मिल रही है आयात नाल थे कायनात मिल रही है कितने निरंकार तूके करतार करुणा धारी किधरे अलख निरंजन किधरे कृष्ण मुरारी कितने जोगी आग तूड़ी कितने शेख दा मुसल्ला कितने राम राम होवे कितने होवे अल्लाह अल्लाह कितने राम राम होवे कितने होवे अल्लाह अल्लाह। इस पावन ग्रंथ का प्रथम प्रकाश 1604 ईस्वी ਨੂੰ श्री दरबार साहब ਵਿੱਚ ਕੀਤਾ ਗਿਆ। ਇੱਕ ਪਾਸੇ ਸਮੁੱਚੀ ਕਾਇਨਾਤ ਸਾਰੀ ਖਲਕਤ ਤੇ ਸਭ ਧਰਮਾਂ ਨੂੰ ਪਿਆਰ ਦੇਣ ਵਾਲੇ ਇਸ ਪੈਗਾਮ ਦਾ ਚਾਨਣ ਤੇ ਦੂਜੇ ਪਾਸੇ ਬਾਦਸ਼ਾਹ ਜਹਾਂਗੀਰ ਉਸ ਕੋਲੋਂ ਤੇ ਉਸਦੇ ਤਾਸੁਬੀ ਸਲਾਹਕਾਰਾਂ ਕੋਲੋਂ ਇਹ ਨਿਸਦਿਨ ਫੈਲਦਾ ਚਾਨਣ ਜਲਿਆ ਨਾ ਗਿਆ। ਜਹਾਂਗੀਰ ਨੇ ਆਪਣੇ ਮੀਰ ਬਖਸ਼ ਮੁਰਤਜ਼ਾ ਖਾਨ ਨੂੰ ਹੁਕਮ ਦਿੱਤਾ ਕਿ ਉਹ ਗੁਰੂ ਅਰਜਨ ਦੇਵ ਨੂੰ ਜਾਂ ਤਾਂ ਇਸਲਾਮ ਕਬੂਲ ਕਰਵਾ ਲਵੇ ਤੇ ਜਾਂ ਉਹਨਾਂ ਦੀ ਹਸਤੀ ਮਿਟਾ ਦੇਵੇ। ਤਪਦੀ ਤਵੀ ਤੱਤੀ ਰੇਤ ਉਬਲਦੀ ਦੇਗ ਮੁਰਤਜ਼ਾ ਖਾਨ ਨੇ ਗੁਰੂ ਅਰਜਨ ਦੇਵ ਜੀ ਨੂੰ ਅਕਹਿ ਤੇ ਅਸਹਿ ਤਸੀਹੇ ਦਿੱਤੇ। ਸਾਈਂ ਮੀਆਂ ਮੀਰ ਤੜਪ ਉੱਠਿਆ ਪਰ ਗੁਰੂ ਅਰਜਨ ਦੇਵ ਜੀ ਦੇ ਮੁਖ ਤੇ ਇਹੀ ਵਾਕ ਸੀ, ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮਾਂਗੇ। ਹਰ ਪਲ ਇਹੀ ਬੋਲ ਉਚਾਰਦਿਆਂ ਅਸਹਿ ਨੂੰ ਸਹਿੰਦਿਆਂ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ। सूरज किरण मिले जल का जल हुआ राम, ज्योति ज्योत रली संपूर्ण थी आराम। सूरज किरण मिले जल का ਸੱਚ ਪ੍ਰੇਮ ਅਤੇ ਸਾਂਝੀਵਾਲਤਾ ਦੇ ਮਹਾਨ ਮਾਰਗ ਨੂੰ ਜੁਗਾਂ ਜੁਗਾਂ ਲਈ ਰੋਸ਼ਨਾਉਣ ਵਾਲੇ ਗੁਰੂ ਅਰਜਨ ਦੇਵ ਜੀ ਨੂੰ ਇਤਿਹਾਸ ਸ਼ਹੀਦਾਂ ਦੇ ਸਰਤਾਜ ਕਹਿ ਕੇ ਯਾਦ ਕਰਦਾ ਹੈ। ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਮੇਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ। ਰੂਹਾਨੀ ਰਹਿਬਰੀ ਦਾ ਚਿੰਨ੍ਹ ਸੀ ਪੀਰੀ ਦੀ ਤਲਵਾਰ, ਰਾਜਸੀ ਇਤਿਹਾਸਿਕ ਸੂਝ ਅਤੇ ਸ਼ਕਤੀ ਦਾ ਪ੍ਰਤੀਕ ਸੀ ਮੇਰੀ ਦੀ ਤਲਵਾਰ। ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਤਾਂ ਜਲ ਵਾਂਗ ਸ਼ੀਤਲ ਰਹੇ, ਪਰ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ਵਿੱਚ ਆਪਣੇ ਗੁਰੂ ਨੂੰ ਦਿੱਤੇ ਗਏ ਤਸੀਹਿਆਂ ਦਾ ਦੁੱਖ ਹੰਗਾਰਿਆਂ ਵਾਂਗ ਬਲਦਾ ਰਿਹਾ। ਉਸ ਦੇ ਸੇਕ ਵਿੱਚ ਲੋਹਾ ਪਿਘਲਣ ਲੱਗਾ, ਸ਼ਮਸ਼ੀਰਾਂ ਬਣਨ ਲੱਗੀਆਂ। ਗੁਰੂ ਦਰਬਾਰ ਵਿੱਚ ਘੋੜੇ ਅਤੇ ਬੰਦੂਕਾਂ ਦਾ ਚੜਾਵਾ ਚੜਨ ਲੱਗਾ। ਨੱਥਾ ਅਤੇ ਅਬਦੁੱਲਾ ਢਾਡੀ ਬਹਾਦਰ ਯੋਧਿਆਂ ਦੀਆਂ ਵਾਰਾਂ ਗਾਉਣ ਲੱਗੇ। ਗੁਰੂ ਹਰਗੋਬਿੰਦ ਜੀ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਨ ਦਾ ਆਦੇਸ਼ ਦਿੱਤਾ। ਘੋੜ ਸਵਾਰਾਂ ਦੀ ਫੌਜ ਖੜੀ ਕੀਤੀ। ਸਿੱਖ ਦੁਨਿਆਵੀ ਬਾਦਸ਼ਾਹਾਂ ਤੋਂ ਬੇਪਰਵਾਹ ਅਤੇ ਨਾਬਰ ਹੋ ਗਏ। ਉਹਨਾਂ ਨੇ ਆਪਣੇ ਗੁਰੂ ਨੂੰ ਦੀਨ ਦੁਨੀ ਦਾ ਬਾਦਸ਼ਾਹ ਆਖਿਆ।
ਉਹ ਇੱਥੇ ਕਿਹੜਾ ਅਦਲੀ ਸ਼ਹਿਨਸ਼ਾਹ ਕੀ ਬਾਬਰ ਕੀ ਜਹਾਂਗੀਰ ਇੱਥੇ ਵਾੜੀ ਖੇਤ ਨੂੰ ਖਾਮਦੀ ਇੱਥੇ ਬਿਲਕੇ ਮੀਆਂ ਮੀਰ ਅੱਜ ਸ਼ਾਹੀ ਜ਼ੁਲਮ ਦੇ ਸਾਹਮਣੇ ਉਹ ਸਾਡੀ ਲਿਸ਼ਕ ਉੱਠੀ ਸ਼ਮਸ਼ੀਰ ਉਹ ਸਾਡਾ ਦੀਨ ਦੁਨੀਆ ਦਾ ਪਾਤਸ਼ਾਹ ਸਾਡਾ ਸਤਿਗੁਰ ਮੀਰ ਤੇ ਪੀਰ ਸਾਡਾ ਸਤਿਗੁਰ ਮੀਰ ਤੇ ਪੀਰ ਸਾਡਾ ਸਤਿਗੁਰ ਮੀਰ ਤੇ ਪੀਰੀ ਅਤੇ ਮੀਰੀ ਦੇ ਸੰਕਲਪ ਨੂੰ ਸਾਕਾਰ ਰੂਪ ਬਖਸ਼ਣ ਲਈ ਗੁਰੂ ਹਰਗੋਬਿੰਦ ਜੀ ਨੇ ਸ਼੍ਰੀ ਦਰਬਾਰ ਸਾਹਿਬ ਦੇ ਸਨਮੁਖ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਿਰਮਾਣ ਕਰਵਾਇਆ। ਇਸ ਦੌਰਾਨ ਸ਼ਾਹੀ ਫੌਜਾਂ ਨੇ ਅਨੇਕ ਵਾਰ ਗੁਰੂ ਦਰਬਾਰ ਤੇ ਭਾਰੀ ਫੌਜੀ ਸ਼ਕਤੀ ਨਾਲ ਹਮਲੇ ਕੀਤੇ, ਪਰ ਹਰ ਵਾਰ ਉਹਨਾਂ ਨੂੰ ਹਾਰ ਖਾ ਕੇ ਮੁੜਨਾ ਪਿਆ। कोमल चित कुदरत रसिक सतवें गुरु हर राय सहज तुरन पहरन पकड़ कोई कली मते टूट जाए। सतवीं पातशाही श्री गुरु हरराय जी ਕੁਦਰਤ ਦੇ ਪ੍ਰੇਮੀ ਅਤੇ ਵਾਤਾਵਰਣ ਪ੍ਰਤੀ ਬਹੁਤ ਸੰਵੇਦਨਸ਼ੀਲ ਸਨ। ਗਰੀਬਾਂ ਲਈ ਵੀ ਉਹਨਾਂ ਦਾ ਮਨ ਪਿਆਰ ਅਤੇ ਹਮਦਰਦੀ ਨਾਲ ਭਰਿਆ ਹੋਇਆ ਸੀ। ਉਹਨਾਂ ਨੇ ਲੰਗਰ ਦੇ ਵੇਲੇ ਨਗਾਰਾ ਵਜਾਉਣ ਦੀ ਪ੍ਰਥਾ ਚਲਾਈ ਤਾਂ ਜੋ ਕੋਈ ਭੁੱਖਾ ਪਿਆਸਾ ਸੁਣਦਾ ਹੋਵੇ ਤਾਂ ਆ ਕੇ ਲੰਗਰ ਛਕ ਲਵੇ। उधर हिंद दे बदल गए तौर तेवर औरंगजेब तख्त नशीन होया शाहां ते फकीरां दा जोड़ के रिश्ता होर भी गुणता संगीन होया। ਜਦੋਂ ਔਰੰਗਜ਼ੇਬ ਤਖਤ ਤੇ ਬੈਠਾ ਤਾਂ ਉਸਨੇ ਗੁਰੂ ਹਰਰਾਏ ਜੀ ਨੂੰ ਦਿੱਲੀ ਆਉਣ ਦਾ ਸੱਦਾ ਭੇਜਿਆ। ਗੁਰੂ ਹਰਰਾਏ ਜੀ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਆਪਣਾ ਨੁਮਾਇੰਦਾ ਬਣਾ ਕੇ ਭੇਜਿਆ। ਔਰੰਗਜ਼ੇਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਤੁਕ ਤੇ ਇਤਰਾਜ਼ ਕੀਤਾ ਤਾਂ ਰਾਮ ਰਾਏ ਨੇ ਤੁਕ ਦਾ ਇੱਕ ਸ਼ਬਦ ਬਦਲ ਦਿੱਤਾ। ਆਪਣੇ ਪੁੱਤਰ ਦੀ ਇਸ ਇਖਲਾਕੀ ਕਾਇਰਤਾ ਕਾਰਨ ਗੁਰੂ ਹਰਰਾਏ ਜੀ ਨੇ ਉਸ ਨੂੰ ਬੇਦਖਲ ਕਰ ਦਿੱਤਾ ਤੇ ਗੁਰਗੱਦੀ ਆਪਣੇ ਛੋਟੇ ਪੁੱਤਰ ਗੁਰੂ ਹਰਕ੍ਰਿਸ਼ਨ ਜੀ ਨੂੰ ਅਰਪਿਤ ਕੀਤੀ। ਦਇਆ ਅਤੇ ਮਾਨਵ ਸੇਵਾ ਦੇ ਸਰੂਪ ਹਰਕ੍ਰਿਸ਼ਨ ਜੀ ਉਦੋਂ ਦਿੱਲੀ ਸਨ ਜਦੋਂ ਸ਼ਹਿਰ ਵਿੱਚ ਚੇਚਕ ਦੀ ਮਹਾਮਾਰੀ ਫੈਲ ਗਈ। ਸਿੱਖ ਸੰਗਤ ਸਮੇਤ ਦਿਨ ਰਾਤ ਰੋਗੀਆਂ ਦੀ ਸੇਵਾ ਕਰਦੇ ਗੁਰੂ ਹਰਕ੍ਰਿਸ਼ਨ ਜੀ ਆਪ ਬਿਮਾਰ ਹੋ ਗਏ ਤੇ ਕੁਝ ਦਿਨਾਂ ਬਾਅਦ ਜੋਤੀ ਜੋਤ ਸਮਾ ਗਏ। ਜੋਤੀ ਜੋਤ ਸਮਾਨ ਵੇਲੇ ਉਹਨਾਂ ਦੇ ਮੁਖਾਰ ਬਿੰਦ ਤੇ ਇਹ ਦੋ ਸ਼ਬਦ ਸਨ, ਬਾਬਾ ਬਕਾਲੇ। ਇਹਨਾਂ ਦੋ ਸ਼ਬਦਾਂ ਦਾ ਭਾਵ ਸੀ
ਨੌਵੇਂ ਗੁਰੂ ਗੁਰੂ ਤੇਗ ਬਹਾਦਰ ਇਸ ਵੇਲੇ ਬਕਾਲੇ ਵਿੱਚ ਹਨ। ਪਰ ਜਦੋਂ ਇਹ ਦੋ ਸ਼ਬਦ ਬਕਾਲੇ ਪਹੁੰਚੇ ਤਾਂ 22 ਬਾਬੇ ਢੌਂਗੀ ਗੁਰੂ ਬਣ ਬੈਠੇ। पर गुरु तेग बहादुर शांत अडोल अपनी कुटिया विच प्रभु के सिमरन विच लीन रहे। उधर पंजाब के मशहूर सौदागर मक्खन शाह लुबाणा की बेड़ी दरिया की घुमण घेरी विच डामाडोल हो रही सी। उसने गुरु घर का ध्यान करके अरदास की ते 500 मोहरां दी सुखना सुखी। उसकी बेड़ी सही सलामत कंढे लगी। सुखना पूरी करने लई वो बकाले पहुंचा तो भाई गुरु देख के हैरान होया, पर 5-5 मोहरां हर आपे बने गुरु अगे तरी गया। गुरु तेग बहादुर जी के सन्मुख आके भी मक्खन शाह ने 5 मोहरां रख के शीस निभाया। गुरु जी हंस के बोले, मक्खन शाह व्यापार इस तरह नहीं चलते। तेरा इकरार था 500 मोहरां दा सी। मक्खन शाह यह वाक सुन के खुशी नाल दीवाना हो गया। छत ते चढ़ के रोन लगा। कूड़ा दोरे 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 कूड़ा दोरे। नौवें पातशाह श्री गुरु तेग बहादुर जी जदों पूरब की यात्रा ते निकले तो परिवार में पटना साहब छड़ के आसाम की यात्रा ते चले गए। इसे सफर दौरान ही उन्होंने माता गुजरी की कुखों पुत्र के जन्म की खबर मिली। पुत्र का नाम गोविंद रखा गया। गोविंद प्रगटे पटना नगरी, तन सुजननी माता गुजरी। गोविंद प्रगटे पटना नगरी, तन सुजननी माता गुजरी। हर्षित हो गंगा उजरी, बोल गुण तृण करती सगरी। गोविंद प्रगटे पटना नगरी, तन सुजननी माता गुजरी। गोविंद प्रगटे पटना नगरी, तन सुजननी माता गुजरी। जदों गोबिंद जी 5 वरियां दे होए तो सारा परिवार आनंदपुर साहब आ वसिया। इत्थे ही गोबिंद जी ने शास्त्रां अते शस्त्रां दी सिक्ख्या हासिल की। संस्कृत, फारसी, पंजाबी अते ब्रिज आदि भाषावां का ज्ञान प्राप्त किया। घोड़सवारी, तीरंदाजी अते किरपान दे करतबां विच निपुण हुए। यही वो वक्त सी जब दिल्ली के तख्त ते बैठा बादशाह औरंगजेब भय अते जुल्म दे नाल सारे हिंदुस्तान में दीन दे रंग विच रंगना चाहता सी। सन 1675 गोबिंद जी उदों 9 वर्ष के सन जदों एक दिन गुरु तेग बहादुर जी के सजे हुए दरबार विच कश्मीरी पंडित आ फरियादी हुए, जिन्हां दे मत्थियां उत्तों जबरन तिलक मिटाए जा रहे सन, जंजू उतारे जा रहे सन। उन्हां दी दर्द भरी विथ्या सुन के श्री गुरु तेग बहादुर जी अजे खामोशी सन कि बाल गोविंद बोल उठे। गुरु पिता एक अर्ज अज बारिक तेरा करे, तुद बिन कौन जो जिंद दा दीवा बाल धरे। झुलण लख अनेरियां कहर दी पौण वगे, तेरे सच बलिदान दा
जुग जुग दीप जले। बाल गोबिंद नूं प्यार भरिया थापड़ा दे के गुरु तेग बहादुर जी कश्मीरी पंडितां नूं कहण लगे, हे दुखियारे हृदयो ना हो गमी, हाकम नू जाके दियो ए गल नाल यकीन, तेग बहादुर मन लवे जेकर तेरी, सारा हिंद ही अपना बदल लवेगा दी। गुरु तेग बहादुर जी इंसानी सुतंत्रता, इंसाफ ਅਤੇ दीना दुखियां ਦੀ ਰੱਖਿਆ ਵਾਸਤੇ ਬਲੀਦਾਨ ਦੇਣ ਲਈ ਦਿੱਲੀ ਵੱਲ ਰਵਾਨਾ ਹੋਏ। ਉਹਨਾਂ ਨੂੰ ਗ੍ਰਿਫਤਾਰ ਕਰਕੇ ਇਸਲਾਮ ਕਬੂਲ ਕਰਨ ਲਈ ਕਈ ਤਰ੍ਹਾਂ ਦੇ ਲਾਲਚ ਅਤੇ ਖੌਫ ਦਿੱਤੇ ਗਏ। ਕੋਈ ਪੇਸ਼ ਨਾ ਚਲਦੀ ਦੇਖ ਕੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਉਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਉਹਨਾਂ ਦੇ ਪਿਆਰੇ ਸਿੱਖਾਂ ਨੂੰ ਅੰਤਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤਾਂ ਜੋ ਗੁਰੂ ਦਾ ਦਿਲ ਦਹਿਲ ਜਾਵੇ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਸਤੀ ਦਾਸ ਜੀ ਨੂੰ ਜਿਉਂਦਿਆਂ ਅੱਗ ਵਿੱਚ ਜਲਾਇਆ। ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ। ਔਰੰਗਜ਼ੇਬ ਅਤੇ ਉਸ ਦੀ ਮੁਗਲਿਆ ਸਲਤਨਤ ਗੁਰੂ ਜੀ ਨੂੰ दीन कबूल करवाने की कोशिश करती आ गई। औरंगजेब ने हुक्म दिता, सिर कलम कर दिता जावे और खबरदार कोई इस सिर अते जिस्म नूं इस जमीन तो उठावन की जुर्रत ना करे। सीने नाल सिदक नूं कर ना सके जुदा, दे नालों कर गए कुरान शीस जुदा, शीस जमीन ते टैपना मच गई हाहाकार, धरती माने चुम के आख्या में बलिदान, आख्या में बलिदान, आख्या में बलिदान। देख बहादुर के चलत भयो जगत में शोर, है सब जग भयो जय 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 सुन लो, जय 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 सुन लो, जय 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 सुन लो। शाही फरमान दी परवाह ना करदियां वणजारा सिख लखी शाह गुरां दी देही नूं अपने गड्ढे विच लुका के अपने पिंड ले गया ते गुरां दी देही दा संस्कार करन लई अपने घर नूं अग ला दित्ती। भाई जैता गुरां दे सीस नूं अपने बुक्कल विच लुका के रातां अते झक्खड़ चीरदा आनंदपुर साहब गुरु गोबिंद सिंह जी कोल पहुंचिया ते उन्हां नूं गुरु दा सीस अर्पित किया। रंगरेटा गुरु का बेटा कह के दसम पातशाह ने भाई जैते नूं गले लगाया ते सीस दा संस्कार किया। गुरु पिता दी शहादत दसम पातशाह दे नैणां नूं ऐसी नमी ते लौ दे गई कि उन्होंने आउंदे समयां नूं अनंत काल तक निहारिया। आउण वाले समयां विच अपने सिखां नूं जबर अते जुल्म नाल टकराउण लई तैयार होण दा आदेश दिता। फिर आया 1699 दी
ਵਿਸਾਖੀ ਦਾ ਉਹ ਪਾਵਨ ਤੇ ਇਤਿਹਾਸਿਕ ਦਿਹਾੜਾ ਹੱਥ ਵਿੱਚ ਨੰਗੀ ਸ਼ਮਸ਼ੀਰ ਲੈ ਕੇ ਹਿੰਦੁਸਤਾਨ ਦੀਆਂ ਚਾਰਾਂ ਦਿਸ਼ਾਵਾਂ ਤੋਂ ਆਈ ਸੰਗਤ ਤੋਂ ਸੀਸ ਦੀ ਮੰਗ ਕੀਤੀ। ਪੰਜ ਮਰਜੀਵੜਿਆਂ ਨੇ ਆਪਣੇ ਸੀਸ ਗੁਰੂ ਨੂੰ ਅਰਪਿਤ ਕੀਤੇ। ਇਹਨਾਂ ਨੂੰ ਦਸਮ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਾਇਆ, ਗਲ ਨਾਲ ਲਾਇਆ, ਗੁਰੂ ਦੇ ਪਿਆਰੇ ਕਿਹਾ। ਫਿਰ ਇਹਨਾਂ ਪੰਜਾਂ ਪਿਆਰਿਆਂ ਤੋਂ ਖੁਦ ਅੰਮ੍ਰਿਤ ਪਾਨ ਕਰਕੇ ਆਪੇ ਗੁਰਚੇਲਾ ਦੀ ਅਨੂਠੀ ਮਿਸਾਲ ਕਾਇਮ ਕੀਤੀ। ਇਸ ਮੌਕੇ ਤੇ ਆਏ ਹੋਏ ਵੱਖ-ਵੱਖ ਵਰਣਾਂ ਅਤੇ ਜਾਤਾਂ ਨਾਲ ਸੰਬੰਧ ਰੱਖਣ ਵਾਲੇ ਵਿਸ਼ਾਲ ਜਨ ਸਮੂਹ ਨੂੰ ਇੱਕੋ ਹੀ ਬਾਟੇ ਚੋਂ ਅੰਮ੍ਰਿਤ ਛਕਾਇਆ। ਸਦੀਆਂ ਤੋਂ ਚੱਲਦੇ ਆ ਰਹੇ ਜਾਤ ਪਾਤ ਦੇ ਸਰਾਪ ਨੂੰ ਇੱਕੋ ਪਲ ਵਿੱਚ ਮਿਟਾ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਜਿਸ ਨੂੰ ਇੱਕ ਨਵਾਂ ਵੇਸ ਦੇ ਕੇ ਅਕਾਲ ਪੁਰਖ ਦੀ ਫੌਜ ਕਿਹਾ। सच प्रेम ਅਤੇ ਚੜ੍ਹਦੀ ਕਲਾ ਦੇ ਇਸ ਬੇਖੌਫ ਕਾਫਲੇ ਨੂੰ ਦੇਖ ਕੇ ਜ਼ੁਲਮ ਅਤੇ ਬੇਇਨਸਾਫੀ ਦੀ ਸਤਾਈ ਹੋਈ ਖਲਕਤ ਵਿੱਚ ਆਸ ਅਤੇ ਉਤਸ਼ਾਹ ਦੀ ਨਵੀਂ ਲਹਿਰ ਦੌੜ ਗਈ। ਪਰ ਮੁਗਲ ਸਲਤਨਤ, ਪਹਾੜੀ ਰਾਜਿਆਂ ਅਤੇ ਅਖੌਤੀ ਉੱਚੀਆਂ ਜਾਤਾਂ ਨੂੰ ਇਹ ਅਣਖੀਲਾ ਪੰਥ ਚੁਭਣ ਲੱਗਾ। ਖਾਲਸੇ ਦੀ ਹੋਂਦ ਮਿਟਾਉਣ ਦੀਆਂ ਤਰਕੀਬਾਂ ਹੋਣ ਲੱਗੀਆਂ। ਖੁਦਗਰਜ਼ ਅਤੇ ਹੰਕਾਰੀ ਤਾਕਤਾਂ ਸਿਰ ਜੋੜਨ ਲੱਗੀਆਂ। ਚਾਰੇ ਪਾਸਿਓਂ ਜ਼ੁਲਮ ਦਾ ਗਰਦ ਗੁਬਾਰ ਇਕੱਠਾ ਹੋਣ ਲੱਗਾ। ਸੱਚ, ਆਤਮ ਸਨਮਾਨ ਅਤੇ ਇਨਸਾਫ ਦੀਆਂ ਲਾਟਾਂ ਨੂੰ ਬੁਝਾਉਣ ਲਈ ਵਾਰ-ਵਾਰ ਜ਼ੁਲਮ ਅਤੇ ਬੇਇਨਸਾਫੀ ਦੇ ਚੱਕਰ ਚੁੱਲੇ। ਪਹਾੜੀ ਰਾਜਿਆਂ ਅਤੇ ਮੁਗਲਿਆ ਸਲਤਨਤ ਦੀਆਂ ਭਾਰੀ ਫੌਜਾਂ ਨੇ ਰਲ ਕੇ ਬਾਰ-ਬਾਰ ਹਮਲੇ ਕੀਤੇ। 1.25 लाख से एक लड़ाऊं ਦੇ ਗੁਰੂ ਵਾਕ ਅਨੁਸਾਰ ਗੁਰੂ ਦਾ ਖਾਲਸਾ ਬੇਮਿਸਾਲ ਬਹਾਦਰੀ ਨਾਲ ਲੜਿਆ। ਸਰਬੰਸਦਾਨੀ ਇਤਿਹਾਸ ਵਿੱਚ ਇਸ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ। ਚਮਕੌਰ ਦੀ ਗੜੀ ਵਿੱਚ ਆਪਣੇ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਤੇ ਜੁਝਾਰ ਸਿੰਘ ਨੂੰ ਆਪਣੇ ਹੱਥੀਂ ਸ਼ਹੀਦੀ ਗਾਲੇ ਬਣ ਕੇ ਜੂਝਣ ਲਈ ਤੋਰਿਆ। ਭਾਰੀ ਫੌਜ ਦਾ ਮੁਕਾਬਲਾ ਕਰਦੇ ਹੋਏ ਗੁਰੂ ਦੇ ਲਾਲ ਰਣ ਖੇਤਰ ਵਿੱਚ ਸ਼ਹੀਦ ਹੋਏ। ਸੂਬਾ ਸਰਹੰਦ ਵਜ਼ੀਰ ਖਾਨ ਨੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ। ਮਾਸੂਮ ਜਿੰਦਾਂ ਨੂੰ ਲਾਲਚ ਅਤੇ ਖੌਫ ਦਿੱਤੇ ਗਏ ਤਾਂ ਜੋ ਉਹ ਆਪਣਾ ਧਰਮ ਤਿਆਗ ਦੇਣ, ਪਰ ਉਹ ਆਪਣੇ ਸਿੱਧਕ ਤੇ ਅਡੋਲ ਰਹੇ। 7 ਸਾਲ ਦੇ ਸਾਹਿਬਜ਼ਾਦੇ ਫਤਿਹ ਸਿੰਘ
ਤੇ 9 ਸਾਲ ਦੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਨੂੰ ਜਿਉਂਦੇ ਜੀ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ। ਇਹਨਾਂ ਮਾਸੂਮ ਜਿੰਦਾਂ ਦੀ ਸ਼ਹਾਦਤ ਦੀ ਖਬਰ ਸੁਣ ਕੇ ਮਾਤਾ ਗੁਜਰੀ ਨੇ ਪ੍ਰਾਣ ਤਿਆਗ ਦਿੱਤੇ। ਮਾਤਾ ਪਿਤਾ ਅਤੇ ਚਾਰੇ ਪੁੱਤਰਾਂ ਦੀ ਕੁਰਬਾਨੀ ਦੇ ਕੇ ਵੀ ਮਾਛੀਵਾੜੇ ਦੇ ਜੰਗਲ ਵਿੱਚ ਇਕੱਲੇ ਬੈਠੇ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰਬਿੰਦ ਤੇ ਅਕਾਲ ਪੁਰਖ ਲਈ ਗਹਿਰੇ ਪ੍ਰੇਮ ਅਤੇ ਸ਼ੁਕਰਾਨੇ ਦੇ ਬੋਲ ਸਨ। ਮਿੱਤਰ ਪਿਆਰੇ ਹਰ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਹਰ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਰਹਿਣਾ, ਮਿੱਤਰ ਪਿਆਰੇ ਨੂੰ ਹਰ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ। ਦੀਨਾ ਕਾਂਗੜ ਵਿਖੇ ਦਸਮ ਪਾਤਸ਼ਾਹ ਨੇ ਫਾਰਸੀ ਸ਼ਾਇਰੀ ਵਿੱਚ ਔਰੰਗਜ਼ੇਬ ਦੇ ਨਾਮ ਜ਼ਫਰਨਾਮਾ ਲਿਖਿਆ, ਜਿਸ ਵਿੱਚ ਉਹਨਾਂ ਨੇ ਔਰੰਗਜ਼ੇਬ ਨੂੰ ਉਸ ਦੇ ਕੀਤੇ ਗੁਨਾਹਾਂ ਦਾ ਅਹਿਸਾਸ ਕਰਵਾਇਆ। ਜ਼ਫਰਨਾਮਾ ਖਾਲਸੇ ਦੀ ਇਖਲਾਕੀ ਜਿੱਤ ਦਾ ਐਲਾਨ ਹੈ। ਤਲਵੰਡੀ ਸਾਬੋ ਸ਼੍ਰੀ ਦਮਦਮਾ ਸਾਹਿਬ ਵਿਖੇ ਮਾਤਾ ਸੁੰਦਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ। ਉਹਨਾਂ ਨੇ ਦਸਮ ਪਾਤਸ਼ਾਹ ਨੂੰ ਪੁੱਛਿਆ, ਇਹ ਪਾਤਸ਼ਾਹ, ਚਾਰ ਚੰਨ ਜਿਹੇ ਮੁਕੜਿਆਂ ਚੋਂ ਇੱਕ ਵੀ ਨਜ਼ਰ ਨਹੀਂ ਆ ਰਿਹਾ, ਕਿੱਥੇ ਛੱਡ ਆਏ ਹੋ ਚਾਰੇ ਲਾਲ? ਇਸ ਸਵਾਲ ਨਾਲ ਧਰਤੀ ਤੇ ਅਸਮਾਨ ਡੋਲ ਗਏ। ਦਸਮ ਪਾਤਸ਼ਾਹ ਵੱਲੋਂ ਜਵਾਬ ਵਿੱਚ ਕਹੇ ਬੋਲਾਂ ਨੇ ਡੋਲਦੀ ਧਰਤੀ ਤੇ ਅਸਮਾਨ ਨੂੰ ਥੰਮ ਲਿਆ। ਉਸ ਜਵਾਬ ਵਿੱਚ ਉਹਨਾਂ ਦਾ ਸਮੁੱਚਾ ਜੀਵਨ ਇਤਿਹਾਸ ਤੇ ਆਪਣੇ ਖਾਲਸੇ ਲਈ ਅਨੂਠਾ ਪਿਆਰ ਅਤੇ ਵਿਸ਼ਵਾਸ ਭਰਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਵਿੱਚ ਸਜੇ ਸਿੰਘਾਂ ਵੱਲ ਸੰਕੇਤ ਕਰਕੇ ਕਿਹਾ, इन पुत्रन के शीस पर वार दिए सुत चार, चार हुए तो क्या हुआ, जीवत कई हजार। ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਬੀੜ ਤਿਆਰ ਕੀਤੀ। ਭਾਈ ਮਨੀ ਸਿੰਘ ਤੇ ਹੋਰ ਲਿਖਾਰੀਆਂ ਤੋਂ ਉਸ ਬੀੜ ਦੇ ਉਤਾਰੇ ਤਿਆਰ ਕਰਵਾਏ ਤੇ ਦੱਖਣ ਦੀ ਯਾਤਰਾ ਤੇ ਰਵਾਨਾ ਹੋਏ। ਜਦ ਨੰਦੇੜ ਪਹੁੰਚੇ ਤਾਂ ਉਹਨਾਂ ਦੀ ਮੁਲਾਕਾਤ ਯੋਧੇ ਤੋਂ ਵਿਰਾਗੀ ਬਣੇ ਮਾਧੋ ਦਾਸ ਨਾਲ ਹੋਈ। ਦਸਮ ਪਾਤਸ਼ਾਹ ਦੀ ਸ਼ਖਸੀਅਤ ਅਤੇ ਉਹਨਾਂ ਦੇ ਬਚਨਾਂ ਨੇ ਮਾਧੋ ਦਾਸ ਦੀ ਜ਼ਿੰਦਗੀ ਦਾ ਵਹਿਣ ਹੀ ਬਦਲ ਦਿੱਤਾ। ਗੁਰੂ ਜੀ ਨੇ ਕਿਹਾ, हे ਮਾਧੋ,
ਇਹ ਤੇਰਾ ਸ਼ਾਂਤ ਤੇ ਪਵਿੱਤਰ ਆਸ਼ਰਮ ਕਿਸ ਕੰਮ, ਜਦ ਕਿ ਤੇਰੀ ਮਾਤ ਭੂਮੀ ਉੱਤੇ ਮਜ਼ਲੂਮਾਂ ਦੇ ਖੂਨ ਦੀਆਂ ਨਦੀਆਂ ਵਹਿ ਰਹੀਆਂ। ਉੱਠ ਸ਼ਮਸ਼ੀਰ ਉਠਾ, ਜ਼ਾਲਮਾਂ ਨੇ ये है कोयल है शाह कसवानी, मेरी लहर विच खुल गई, जे पिछू है संग रंग हजारनी। गुजरी दालानी जिगी नूरी जिगी नोहारनी, गुरु तेग बहादुर ग्रह विखे जिस पट में लिया अवतारनी। ये ओही नानक जोत है, ये ओही नानक जोत है, जिगी महिमा परंपारनी। जिस नदी जो हो उदय रोशनाया कुल संसारनी। नीए ओही नानक जोत है, नीए ओही नानक जोत है। सच, प्रेम, दया, इंसाफ ਅਤੇ ਸਾਂਝੀਵਾਲਤਾ ਦਾ ਪੈਗਾਮ ਦੇਣ ਲਈ ਗੁਰੂ ਨਾਨਕ ਦੇਵ ਜੀ ਆਪਣੇ ਸੰਗੀਤਕਾਰ ਸੰਗੀ ਮੁਸਲਮਾਨ ਰਬਾਬੀ ਮਰਦਾਨੇ ਨੂੰ ਨਾਲ ਲੈ ਕੇ ਆਪਣੀ ਵਿਸ਼ਾਲ ਯਾਤਰਾ ਤੇ ਰਵਾਨਾ ਹੋਏ। ਇਹਨਾਂ ਨੂੰ 4 ਉਦਾਸੀਆਂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਗੁਰੂ ਨਾਨਕ ਇਹਨਾਂ ਉਦਾਸੀਆਂ ਦੌਰਾਨ ਮੱਕੇ ਵੀ ਗਏ। मक्के विच सुते पे नानक दे पैर काबे वल देख के किसी ने क्रोध नाल पूछया, तुसा रब दे घर वल पैर क्यों पसारे? हसबी नानक आप गया सदा मंगोला तू खैर, जिधर रब दा कर रही मेरे उधर कर दो पैर। बाबा के आजिया शुभ अमना भाइयों दोनों रोई, बाबा के आजिया उठन गले मान दी काजी मुल्ला इकट्ठे होई, बड़ा सांग वरताया लख मसके कुदरत कोई, बाबा के आजिया बाबा के आजिया। जगन्नाथपुरी दा मंदिर, संध्या दी आरती का समा, पर नानक मंदिर के बाहर तालियां भरे आसमान हेठ खड़े रहे। पुजारी ने पूछन ते कहन लगे, खत्म हो गई आरती? पर मेरे प्रभु की आरती कदे खत्म नहीं होती, ये हर समय हर तरह चलती रहती है। ये सारा गगन उसकी आरती का थाल है। सूरज ते चंद दीवियां वांग बन रहे हैं। ये सारा ब्रह्मंड
प्रभु का मंदिर है। थान रब चंद दी बने तारिका मंदिर कनक मोती धूप मल आन लो पवन चरणों करे सगल बनराए फूलंत ज्योति कैसी आरती होए कैसी आरती होए कैसी आरती होए। ਵੱਖ-ਵੱਖ ਵੇਸਾਂ ਧਰਮਾਂ ਅਤੇ ਜਾਤਾਂ ਕਾਰਨ ਵੰਡੀ ਹੋਈ ਮਾਨਵਤਾ ਨੂੰ ਸਾਂਝੀਵਾਲਤਾ ਅਤੇ ਪ੍ਰੇਮ ਦਾ ਚਾਨਣ ਬਣਦੀ ਨੂਰਾਨੀ ਜੋਤ ਗੁਰੂ ਨਾਨਕ ਦੇਵ ਜੀ ਨੇ ਆਪਣੀ ਰਚੀ ਅਤੇ ਇਕੱਤਰ ਕੀਤੀ ਬਾਣੀ ਦੀ ਪੋਥੀ ਭਾਈ ਲਹਿਣਾ ਜੀ ਅੱਗੇ ਧਰ ਕੇ ਉਹਨਾਂ ਨੂੰ ਸੀਸ ਨਿਵਾਇਆ, ਗੁਰਗੱਦੀ ਅਰਪਣ ਕੀਤੀ, ਭਾਈ ਲਹਿਣੇ ਤੋਂ ਗੁਰੂ ਅੰਗਦ ਬਣਾਇਆ। ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਸਾ ਕੇ ਧਰਮ ਦੇ ਪ੍ਰਚਾਰ ਦਾ ਨਵਾਂ ਕੇਂਦਰ ਸਥਾਪਿਤ ਕੀਤਾ। ਗੁਰਮੁਖੀ ਅੱਖਰਾਂ ਦੇ ਪਸਾਰ ਲਈ ਵਿਸ਼ੇਸ਼ ਉਪਰਾਲੇ ਕੀਤੇ। तीसरी पातशाही श्री गुरु अमरदास जी ने गोइंदवाल बसाया। सिख संतां दी वधदी गिणती दा सदका सांझी पंगत विच बैठ के लंगर छकण दी प्रथा नूं मुड़ भी बल मिलिया। गुरु अमरदास जी ने समाज विच इस्त्री दे रुतबे नूं उच्चा उठाउण लई विशेष यतन कीते। विधवा विआह दी प्रेरणा दित्ती ते सती दी रस्म दा खंडन किया। सतियों से नाखियन जो मड़ियां लग जलन सतियों से दान का जो बिरहा चोट मरम जो बिरहा चोट मरम। चौथी पातशाही श्री गुरु रामदास जी ने नवा नगर वसाया, जिसनों चक रामदास किया जाता सी, जिसनों असी श्री अमृतसर के नाम के नाल जानते हैं। श्री गुरु रामदास जी ने इत्थे सरोवर की खुदवाई भी करवाई। श्री गुरु रामदास जी ने 30 रागां विच बाणी की रचना की। पंजवीं पातशाही श्री गुरु अर्जन देव जी ने अमृत सरोवर के विचकार श्री दरबार साहब की उसारी करवाई। उसका नींह पत्थर मुसलमान सूफी फकीर साईं मियां मीर तो रखवा के सांझी वालता, इंसानी प्रेम ਅਤੇ सब धर्मां प्रति सत्कार के संदेश को साकार रूप प्रदान किया। इलाही सुंदरता का मुजस्समा, रूहानी शांति का सोमा ते हर पल रागमई बाणी नाल तरंगित जल विच सुभायमान एक अनूठी मौजूदगी है श्री दरबार साहिब। चिट्ठी सपेता नहीं तो
तुझ जिया डिठे सब थाओ नहीं तुझ जिया। श्री गुरु अर्जन देव जी ने ही श्री गुरु ग्रंथ साहब का संपादन किया। इस पावन ग्रंथ विच अपने समेत 5 गुरु साहिबान की बाणी दे नाल ਵੱਖ-ਵੱਖ ਧਰਮਾਂ, ਜਾਤਾਂ ਅਤੇ ਇਲਾਕਿਆਂ ਨਾਲ ਸੰਬੰਧਿਤ ਸੰਤਾਂ, ਭਗਤਾਂ ਤੇ ਸੂਫੀਆਂ ਦੀ ਬਾਣੀ ਵੀ ਸ਼ਾਮਿਲ ਕੀਤੀ। सब धर्म मिल के बैठे, हर जात मिल रही है, कायनात नाल थे कायनात मिल रही है। कितने निरंकार गूंजे करतार करुणा धारी, किधरे अलख निरंजन किधरे कृष्ण मुरारी, किते जोगी आग तूड़ी, किते शेख दा मुसल्ला, किते राम राम होवे, किते होवे अल्लाह अल्लाह, किते राम राम होवे, किते होवे अल्लाह अल्लाह। इस पावन ग्रंथ का प्रथम प्रकाश 1604 ईस्वी को श्री दरबार साहब विच किया गया। एक पासे समूची कायनात सारी खलकत ते सब धर्मां नूं प्यार देण वाले इस पैगाम का चानन, ते दूजे पासे बादशाह जहांगीर उस कोलों ते उसके तासुबी सलाहकारां कोलों यह निस्दिन फैलदा चानन जलिया ना गया। जहांगीर ने अपने मीर बख्श मुर्तजा खान नूं हुक्म दिता कि वह गुरु अर्जन देव नूं जां तां इस्लाम कबूल करवा लवे ते जां उन्हां दी हस्ती मिटा देवे। तपदी तवी, तत्ती रेत, उबलदी देग मुर्तजा खान ने गुरु अर्जन देव जी नूं अकह ते असह दसीए दिते। साईं मियां मीर तड़प उठिया, पर गुरु अर्जन देव जी दे मुख ते यही वाक सी, तेरा किया मीठा लागे, हर नाम पदारथ नानक मांगे। हर पल यही बोल उचारदियां असह नूं सहंदियां गुरु अर्जन देव जी शहीद हुए। सूरज किरण मिले, जल का जल हुआ राम, ज्योति ज्योत रली संपूर्ण थी आराम। सूरज किरण मिले, जल का जल हुआ राम, जल का सच, प्रेम ਅਤੇ ਸਾਂਝੀਵਾਲਤਾ ਦੇ ਮਹਾਨ ਮਾਰਗ ਨੂੰ ਜੁਗਾਂ ਜੁਗਾਂ ਲਈ ਰੋਸ਼ਨਾਉਣ ਵਾਲੇ ਗੁਰੂ ਅਰਜਨ ਦੇਵ ਜੀ ਨੂੰ ਇਤਿਹਾਸ ਸ਼ਹੀਦਾਂ ਦੇ ਸਰਤਾਜ ਕਹਿ ਕੇ ਯਾਦ ਕਰਦਾ ਹੈ। ਛੇਵੇਂ ਪਾਤਸ਼ਾਹ श्री गुरु हरगोबिंद जी ने मेरी ਅਤੇ पीरी ਦੀਆਂ ਦੋ ਤਲਵਾਰਾਂ ਪਹਿਨੀਆਂ। रूहानी रहबरी ਦਾ चिन्ह ਸੀ पीरी ਦੀ ਤਲਵਾਰ, राजसी इतिहासिक सूझ ਅਤੇ शक्ति ਦਾ प्रतीक ਸੀ मेरी ਦੀ तलवार। शांति ਦੇ ਪੁੰਜ गुरु अर्जन देव जी ਤਾਂ जल वांग शीतल रहे, पर ਉਹਨਾਂ ਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ਵਿੱਚ ਆਪਣੇ ਗੁਰੂ ਨੂੰ ਦਿੱਤੇ ਗਏ ਤੇ ਸਿੱਖਾਂ ਦਾ ਦੁੱਖ ਹੰਗਾਰਿਆਂ ਵਾਂਗ ਬਲਦਾ ਰਿਹਾ। ਉਸ ਦੇ ਸੇਕ ਵਿੱਚ ਲੋਹਾ ਪਿਘਲਣ ਲੱਗਾ, ਸ਼ਮਸ਼ੀਰਾਂ ਬਣਨ ਲੱਗੀਆਂ।
ਗੁਰੂ ਦਰਬਾਰ ਵਿੱਚ ਘੋੜੇ ਅਤੇ ਬੰਦੂਕਾਂ ਦਾ ਚੜਾਵਾ ਚੜਨ ਲੱਗਾ। ਨੱਥਾ ਅਤੇ ਅਬਦੁੱਲਾ ਢਾਡੀ ਬਹਾਦਰ ਯੋਧਿਆਂ ਦੀਆਂ ਵਾਰਾਂ ਗਾਉਣ ਲੱਗੇ। ਗੁਰੂ ਹਰਗੋਬਿੰਦ ਜੀ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਨ ਦਾ ਆਦੇਸ਼ ਦਿੱਤਾ। ਘੋੜ ਸਵਾਰਾਂ ਦੀ ਫੌਜ ਖੜੀ ਕੀਤੀ। ਸਿੱਖ ਦੁਨਿਆਵੀ ਬਾਦਸ਼ਾਹਾਂ ਤੋਂ ਬੇਪਰਵਾਹ ਅਤੇ ਨਾਬਰ ਹੋ ਗਏ। ਉਹਨਾਂ ਨੇ ਆਪਣੇ ਗੁਰੂ ਨੂੰ ਦੀਨ ਦੁਨੀ ਦਾ ਬਾਦਸ਼ਾਹ ਆਖਿਆ। ਉਹ ਇੱਥੇ ਕਿਹੜਾ ਅਦਲੀ ਸ਼ਹਿਨਸ਼ਾਹ ਕੀ ਬਾਬਰ ਕੀ ਜਹਾਂਗੀਰ, ਇੱਥੇ ਵਾੜੀ ਖੇਤ ਨੂੰ ਖਾਮਦੀ, ਇੱਥੇ ਬਿਲਕੇ ਮੀਆਂ ਮੀਰ। ਅੱਜ ਸ਼ਾਹੀ ਜ਼ੁਲਮ ਦੇ ਸਾਹਮਣੇ ਉਹ ਸਾਡੀ ਲਿਸ਼ਕ ਉੱਠੀ ਸ਼ਮਸ਼ੀਰ। ਉਹ ਸਾਡਾ ਦੀਨ ਦੁਨੀ ਦਾ ਪਾਤਸ਼ਾਹ, ਸਾਡਾ ਸਤਿਗੁਰ ਮੀਰ ਤੇ ਪੀਰ, ਸਾਡਾ ਸਤਿਗੁਰ ਮੀਰ ਤੇ ਪੀਰ, ਸਾਡਾ ਸਤਿਗੁਰ ਮੀਰ ਤੇ ਪੀਰੀ ਅਤੇ ਮੀਰੀ ਦੇ ਸੰਕਲਪ ਨੂੰ ਸਾਕਾਰ ਰੂਪ ਬਖਸ਼ਣ ਲਈ ਗੁਰੂ ਹਰਗੋਬਿੰਦ ਜੀ ਨੇ ਸ਼੍ਰੀ ਦਰਬਾਰ ਸਾਹਿਬ ਦੇ ਸਨਮੁਖ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਿਰਮਾਣ ਕਰਵਾਇਆ। ਇਸ ਦੌਰਾਨ ਸ਼ਾਹੀ ਫੌਜਾਂ ਨੇ ਅਨੇਕ ਵਾਰ ਗੁਰੂ ਦਰਬਾਰ ਤੇ ਭਾਰੀ ਫੌਜੀ ਸ਼ਕਤੀ ਨਾਲ ਹਮਲੇ ਕੀਤੇ। ਪਰ ਹਰ ਵਾਰ ਉਹਨਾਂ ਨੂੰ ਹਾਰ ਖਾ ਕੇ ਮੁੜਨਾ ਪਿਆ। कोमल चित कुदरत रसिक, सतवें गुरु हर राय। सहज तुरन पहरन पकड़, कोई कली मते टूट जाए। सतवीं पातशाही श्री गुरु हर राय जी ਕੁਦਰਤ ਦੇ ਪ੍ਰੇਮੀ ਅਤੇ ਵਾਤਾਵਰਣ ਪ੍ਰਤੀ ਬਹੁਤ ਸੰਵੇਦਨਸ਼ੀਲ ਸਨ। ਗਰੀਬਾਂ ਲਈ ਵੀ ਉਹਨਾਂ ਦਾ ਮਨ ਪਿਆਰ ਅਤੇ ਹਮਦਰਦੀ ਨਾਲ ਭਰਿਆ ਹੋਇਆ ਸੀ। ਉਹਨਾਂ ਨੇ ਲੰਗਰ ਦੇ ਵੇਲੇ ਨਗਾਰਾ ਵਜਾਉਣ ਦੀ ਪ੍ਰਥਾ ਚਲਾਈ ਤਾਂ ਜੋ ਕੋਈ ਭੁੱਖਾ ਪਿਆਸਾ ਸੁਣਦਾ ਹੋਵੇ ਤਾਂ ਆ ਕੇ ਲੰਗਰ ਛਕ ਲਵੇ। उधर हिंद दे बदल गए तौर तेवर, औरंगजेब तख्त नशीन होया। शाहां ते फकीरां दा जोड़ के रिश्ता होर भी गुणता संगीन होया। ਜਦੋਂ ਔਰੰਗਜ਼ੇਬ ਤਖਤ ਤੇ ਬੈਠਾ ਤਾਂ ਉਸਨੇ ਗੁਰੂ ਹਰ ਰਾਏ ਜੀ ਨੂੰ ਦਿੱਲੀ ਆਉਣ ਦਾ ਸੱਦਾ ਭੇਜਿਆ। ਗੁਰੂ ਹਰ ਰਾਏ ਜੀ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਆਪਣਾ ਨੁਮਾਇੰਦਾ ਬਣਾ ਕੇ ਭੇਜਿਆ। ਔਰੰਗਜ਼ੇਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਤੁਕ ਤੇ ਇਤਰਾਜ਼ ਕੀਤਾ ਤਾਂ ਰਾਮ ਰਾਏ ਨੇ ਤੁਕ ਦਾ ਇੱਕ ਸ਼ਬਦ ਬਦਲ ਦਿੱਤਾ। ਆਪਣੇ ਪੁੱਤਰ ਦੀ ਇਸ ਇਖਲਾਕੀ ਕਾਇਰਤਾ ਕਾਰਨ ਗੁਰੂ ਹਰ ਰਾਏ ਜੀ ਨੇ ਉਸ ਨੂੰ ਬੇਦਖਲ ਕਰ ਦਿੱਤਾ ਤੇ ਗੁਰਗੱਦੀ ਆਪਣੇ ਛੋਟੇ ਪੁੱਤਰ ਗੁਰੂ ਹਰਕ੍ਰਿਸ਼ਨ ਜੀ ਨੂੰ ਅਰਪਿਤ ਕੀਤੀ। ਦਇਆ ਅਤੇ ਮਾਨਵ ਸੇਵਾ ਦੇ ਸਰੂਪ ਹਰਕ੍ਰਿਸ਼ਨ ਜੀ ਉਦੋਂ ਦਿੱਲੀ ਸਨ ਜਦੋਂ ਸ਼ਹਿਰ ਵਿੱਚ ਚੇਚਕ ਦੀ ਮਹਾਮਾਰੀ ਫੈਲ ਗਈ।
सिख संगत समेत दिन रात रोगियों की सेवा करते गुरु हरकृष्ण जी आप बीमार हो गए ते कुछ दिनों बाद ज्योति जोत समा गए। ज्योति जोत समान वेले उन्हां दे मुखार बिन ते ये दो शब्द सन, बाबा बकाले। इन्हां दो शब्दों का भाव सी नौवें गुरु गुरु तेग बहादुर इस वेले बकाले विच हन। पर जदों ये दो शब्द बकाले पहुंचे तां 22 बाबे ढोंगी गुरु बन बैठे। पर गुरु तेग बहादुर शांत अडोल अपनी कुटिया विच प्रभु के सिमरन विच लीन रहे। उधर पंजाब के मशहूर सौदागर मक्खन शाह लुबाणा की बेड़ी दरिया की घुमण घेरी विच डामाडोल हो रही सी। उसने गुरु घर का ध्यान करके अरदास की ते 500 मोड़ा की सुखड़ा सुखी। उसकी बेड़ी सही सलामत कंढे लगी। सुखना पूरी करने लई वो बकाले पहुंचा तो भाई गुरु देख के हैरान होया। पर 5-5 मोड़ा हर आपे बने गुरु अगे तरी गया। गुरु तेग बहादुर जी के सन्मुख आके भी मक्खन शाह ने 5 मोड़ा रख के शीस निभाया। गुरु जी हंस के बोले, मक्खन शाह व्यापार इस तरह नहीं चलते। तेरा इकरार था 500 मोड़ा का सी। मक्खन शाह यह वाक सुन के खुशी नाल दीवाना हो गया। छत ते चढ़ के रोन लगा। कूड़ा दौरे 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 कूड़ा दौरे। नौवें पातशाह श्री गुरु तेग बहादुर जी जदों पूरब की यात्रा ते निकले तो परिवार में पटना साहब छड़ के आसाम की यात्रा ते चले गए। इसे सफर दौरान ही उन्होंने माता गुजरी की कुखों पुत्र के जन्म की खबर मिली। पुत्र का नाम गोविंद रखा गया। गोविंद प्रगटे पटना नगरी, तन सुजननी माता गुजरी। गोविंद प्रगटे पटना नगरी, तन सुजननी माता गुजरी। हर्षित हो गंगा उजरी, बोले गुण तृण करती सगरी। गोविंद प्रगटे पटना नगरी, तन सुजननी माता गुजरी। गोविंद प्रगटे पटना नगरी, तन सुजननी माता गुजरी। जदों गोबिंद जी 5 वरियां दे हुए तो सारा परिवार आनंदपुर साहब आ वसिया। इत्थे ही गोबिंद जी ने शास्त्रां अते शस्त्रां दी सिक्ख्या हासिल की। संस्कृत, फारसी, पंजाबी अते ब्रिज आदि भाषावां का ज्ञान प्राप्त किया। घोड़सवारी, तीरंदाजी अते किरपान दे करतबां विच निपुण हुए। यही वो वक्त सी जब दिल्ली के तख्त ते बैठा बादशाह औरंगजेब भय अते जुल्म दे नाल सारे हिंदुस्तान में दीन दे रंग विच रंगना चाहता सी। सन 1675 गोबिंद जी उदों 9 वर्ष के सन जदों एक दिन गुरु तेग बहादुर जी के सजे हुए दरबार विच कश्मीरी पंडित आ फरियादी हुए, जिन्हां दे मत्थियां उत्तों
जबरन तिलक मिटाए जा रहे सन, जंजू उतारे जा रहे सन। उन्हां दी दर्द भरी विथ्या सुन के श्री गुरु तेग बहादुर जी अजे खामोशी सन कि बाल गोविंद बोल उठे। गुरु पिता एक अर्ज अज बारिक तेरा करे, तुद बिन कौन जो जिंद दा दीवा बाल धरे। चुलण लख अनेरियां कहर दी पौण वगे, तेरे सच बलिदान दा जुग जुग दीप जले। बाल गोबिंद नू प्यार भरिया थापड़ा देके गुरु तेग बहादुर जी कश्मीरी पंडितां नू कहण लगे, हे दुखियारे हिरदियो ना हो गमगी, हाकम नू जा कह दियो के दिल नाल यकीन। तेग बहादुर मन लवे जेकर तेरी, सारा हिंद ही अपना बदल लवेगा दी। गुरु तेग बहादुर जी इंसानी सुतंत्रता, इंसाफ ਅਤੇ दीना दुखियां ਦੀ ਰੱਖਿਆ ਵਾਸਤੇ ਬਲੀਦਾਨ ਦੇਣ ਲਈ ਦਿੱਲੀ ਵੱਲ ਰਵਾਨਾ ਹੋਏ। ਉਹਨਾਂ ਨੂੰ ਗ੍ਰਿਫਤਾਰ ਕਰਕੇ ਇਸਲਾਮ ਕਬੂਲ ਕਰਨ ਲਈ ਕਈ ਤਰ੍ਹਾਂ ਦੇ ਲਾਲਚ ਅਤੇ ਖੌਫ ਦਿੱਤੇ ਗਏ। ਕੋਈ ਪੇਸ਼ ਨਾ ਚਲਦੀ ਦੇਖ ਕੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਉਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਉਹਨਾਂ ਦੇ ਪਿਆਰੇ ਸਿੱਖਾਂ ਨੂੰ ਅੰਤਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤਾਂ ਜੋ ਗੁਰੂ ਦਾ ਦਿਲ ਦਹਿਲ ਜਾਵੇ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਸਤੀ ਦਾਸ ਜੀ ਨੂੰ ਜਿਉਂਦਿਆਂ ਅੱਗ ਵਿੱਚ ਜਲਾਇਆ। ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ। ਔਰੰਗਜ਼ੇਬ ਅਤੇ ਉਸ ਦੀ ਮੁਗਲਿਆ ਸਲਤਨਤ ਗੁਰੂ ਜੀ ਨੂੰ दीन कबूल करवाने की कोशिश करती आ गई। औरंगजेब ने हुक्म दिता, सिर कलम कर दिता जावे और खबरदार कोई इस सिर अते जिस्म नूं इस जमीन तो उठावन की जुर्रत ना करे। सीने नाल सिदक नूं कर ना सके जुदा, दे नालों कर गए कुरान शीस जुदा। शीस जमीन ते टैपना मच गई हाहाकार, धरती माने चुम के आख्या मैं बलिदार, आख्या मैं बलिदार, आख्या मैं बलिदार। बहादुर के चलत पयो जगत में शोर, है सब जग भयो जय 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 सुन लो, जय 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 सुन लो, जय 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 सुन लो। शाही फरमान दी परवाह ना करदियां वणजारा सिख लखी शाह गुरां दी देही नूं अपने गड्ढे विच लुका के अपने पिंड ले गया ते गुरां दी देही दा संस्कार करन लई अपने घर नूं अग ला दित्ती। भाई जैता गुरां दे सीस नूं अपने बुक्कल विच लुका के रातां अते झक्खड़ चीरदा आनंदपुर साहब गुरु गोबिंद सिंह जी कोल पहुंचिया ते उन्हां नूं गुरु दा सीस अर्पित किया। रंगरेटा गुरु का बेटा कह के दसम पातशाह ने भाई जैते नूं गले लगाया ते सीस दा संस्कार किया। गुरु पिता दी शहादत
ਦਸਮ ਪਾਤਸ਼ਾਹ ਦੇ ਨੈਣਾਂ ਨੂੰ ਐਸੀ ਨਮੀ ਤੇ ਲੌ ਦੇ ਗਈ ਕਿ ਉਹਨਾਂ ਨੇ ਆਉਂਦੇ ਸਮਿਆਂ ਨੂੰ ਅਨੰਤ ਕਾਲ ਤੱਕ ਨਿਹਾਰਿਆ। ਆਉਣ ਵਾਲੇ ਸਮਿਆਂ ਵਿੱਚ ਆਪਣੇ ਸਿੱਖਾਂ ਨੂੰ ਜ਼ਬਰ ਅਤੇ ਜ਼ੁਲਮ ਨਾਲ ਟਕਰਾਉਣ ਲਈ ਤਿਆਰ ਹੋਣ ਦਾ ਆਦੇਸ਼ ਦਿੱਤਾ। ਫਿਰ ਆਇਆ 1699 ਦੀ ਵਿਸਾਖੀ ਦਾ ਉਹ ਪਾਵਨ ਤੇ ਇਤਿਹਾਸਿਕ ਦਿਹਾੜਾ। ਹੱਥ ਵਿੱਚ ਨੰਗੀ ਸ਼ਮਸ਼ੀਰ ਲੈ ਕੇ ਹਿੰਦੁਸਤਾਨ ਦੀਆਂ ਚਾਰਾਂ ਦਿਸ਼ਾਵਾਂ ਤੋਂ ਆਈ ਸੰਗਤ ਤੋਂ ਸੀਸ ਦੀ ਮੰਗ ਕੀਤੀ। ਪੰਜ ਮਰਜੀਵੜਿਆਂ ਨੇ ਆਪਣੇ ਸੀਸ ਗੁਰੂ ਨੂੰ ਅਰਪਿਤ ਕੀਤੇ। ਇਹਨਾਂ ਨੂੰ ਦਸਮ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਾਇਆ, ਗਲ ਨਾਲ ਲਾਇਆ, ਗੁਰੂ ਦੇ ਪਿਆਰੇ ਕਿਹਾ। ਫਿਰ ਇਹਨਾਂ ਪੰਜਾਂ ਪਿਆਰਿਆਂ ਤੋਂ ਖੁਦ ਅੰਮ੍ਰਿਤ ਪਾਨ ਕਰਕੇ ਆਪੇ ਗੁਰਚੇਲਾ ਦੀ ਅਨੂਠੀ ਮਿਸਾਲ ਕਾਇਮ ਕੀਤੀ। ਇਸ ਮੌਕੇ ਤੇ ਆਏ ਹੋਏ ਵੱਖ-ਵੱਖ ਵਰਣਾਂ ਅਤੇ ਜਾਤਾਂ ਨਾਲ ਸੰਬੰਧ ਰੱਖਣ ਵਾਲੇ ਵਿਸ਼ਾਲ ਜਨ ਸਮੂਹ ਨੂੰ ਇੱਕੋ ਹੀ ਬਾਟੇ ਚੋਂ ਅੰਮ੍ਰਿਤ ਛਕਾਇਆ। ਸਦੀਆਂ ਤੋਂ ਚੱਲਦੇ ਆ ਰਹੇ ਜਾਤ ਪਾਤ ਦੇ ਸਰਾਪ ਨੂੰ ਇੱਕੋ ਪਲ ਵਿੱਚ ਮਿਟਾ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਜਿਸ ਨੂੰ ਇੱਕ ਨਵਾਂ ਵੇਸ ਦੇ ਕੇ ਅਕਾਲ ਪੁਰਖ ਦੀ ਫੌਜ ਕਿਹਾ। सच प्रेम ਅਤੇ ਚੜ੍ਹਦੀ ਕਲਾ ਦੇ ਇਸ ਬੇਖੌਫ ਕਾਫਲੇ ਨੂੰ ਦੇਖ ਕੇ ਜ਼ੁਲਮ ਅਤੇ ਬੇਇਨਸਾਫੀ ਦੀ ਸਤਾਈ ਹੋਈ ਖਲਕਤ ਵਿੱਚ ਆਸ ਅਤੇ ਉਤਸ਼ਾਹ ਦੀ ਨਵੀਂ ਲਹਿਰ ਦੌੜ ਗਈ। ਪਰ ਮੁਗਲ ਸਲਤਨਤ, ਪਹਾੜੀ ਰਾਜਿਆਂ ਅਤੇ ਅਖੌਤੀ ਉੱਚੀਆਂ ਜਾਤਾਂ ਨੂੰ ਇਹ ਅਣਖੀਲਾ ਪੰਥ ਚੁਭਣ ਲੱਗਾ। ਖਾਲਸੇ ਦੀ ਹੋਂਦ ਮਿਟਾਉਣ ਦੀਆਂ ਤਰਕੀਬਾਂ ਹੋਣ ਲੱਗੀਆਂ। ਖੁਦਗਰਜ਼ ਅਤੇ ਹੰਕਾਰੀ ਤਾਕਤਾਂ ਸਿਰ ਜੋੜਨ ਲੱਗੀਆਂ। ਚਾਰੇ ਪਾਸਿਓਂ ਜ਼ੁਲਮ ਦਾ ਗਰਦ ਗੁਬਾਰ ਇਕੱਠਾ ਹੋਣ ਲੱਗਾ। ਸੱਚ, ਆਤਮ ਸਨਮਾਨ ਅਤੇ ਇਨਸਾਫ ਦੀਆਂ ਲਾਟਾਂ ਨੂੰ ਬੁਝਾਉਣ ਲਈ ਵਾਰ-ਵਾਰ ਜ਼ੁਲਮ ਅਤੇ ਬੇਇਨਸਾਫੀ ਦੇ ਚੱਕਰ ਚੁੱਲੇ। ਪਹਾੜੀ ਰਾਜਿਆਂ ਅਤੇ ਮੁਗਲਿਆ ਸਲਤਨਤ ਦੀਆਂ ਭਾਰੀ ਫੌਜਾਂ ਨੇ ਰਲ ਕੇ बार-बार हमले किए। 1.25 लाख से एक लड़ाऊं दे गुरुवाद अनुसार गुरु का खालसा बेमिसाल बहादुरी नाल लड़िया। सरबंसदानी इतिहास विच इस दी मिसाल किते होर नहीं मिलती। चमकौर दी गढ़ी विच अपने वड्डे साहिबजादियां अजीत सिंह ते जुझार सिंह नूं अपने हथी शहीदी गाने बन के जुझण लई तोड़िया। भारी फौज का मुकाबला करते हुए गुरु दे लाल
ਰਣ ਖੇਤਰ ਵਿੱਚ ਸ਼ਹੀਦ ਹੋਏ। ਸੂਬਾ ਸਰਹੰਦ ਵਜ਼ੀਰ ਖਾਨ ਨੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ। ਮਾਸੂਮ ਜਿੰਦਾਂ ਨੂੰ ਲਾਲਚ ਅਤੇ ਖੌਫ ਦਿੱਤੇ ਗਏ ਤਾਂ ਜੋ ਉਹ ਆਪਣਾ ਧਰਮ ਤਿਆਗ ਦੇਣ, ਪਰ ਉਹ ਆਪਣੇ ਸਿੱਧਕ ਤੇ ਅਡੋਲ ਰਹੇ। 7 ਸਾਲ ਦੇ ਸਾਹਿਬਜ਼ਾਦੇ ਫਤਿਹ ਸਿੰਘ ਤੇ 9 ਸਾਲ ਦੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਨੂੰ ਜਿਉਂਦੇ ਜੀ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ। ਇਹਨਾਂ ਮਾਸੂਮ ਜਿੰਦਾਂ ਦੀ ਸ਼ਹਾਦਤ ਦੀ ਖਬਰ ਸੁਣ ਕੇ ਮਾਤਾ ਗੁਜਰੀ ਨੇ ਪ੍ਰਾਣ ਤਿਆਗ ਦਿੱਤੇ। ਮਾਤਾ ਪਿਤਾ ਅਤੇ 4 ਪੁੱਤਰਾਂ ਦੀ ਕੁਰਬਾਨੀ ਦੇ ਕੇ ਵੀ ਮਾਛੀਵਾੜੇ ਦੇ ਜੰਗਲ ਵਿੱਚ ਇਕੱਲੇ ਬੈਠੇ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰਬਿੰਦ ਤੇ ਅਕਾਲ ਪੁਰਖ ਲਈ ਗਹਿਰੇ ਪ੍ਰੇਮ ਅਤੇ ਸ਼ੁਕਰਾਨੇ ਦੇ ਬੋਲ ਸਨ। ਮਿੱਤਰ ਪਿਆਰੇ ਹਰ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਹਰ ਮੁਰੀਦਾਂ ਦਾ ਕਹਿਣਾ, ਮਿੱਤਰ ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਮਿੱਤਰ ਪਿਆਰੇ ਨੂੰ ਹਰ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ। ਦੀਨਾ ਕਾਂਗੜ ਵਿਖੇ ਦਸਮ ਪਾਤਸ਼ਾਹ ਨੇ ਫਾਰਸੀ ਸ਼ਾਇਰੀ ਵਿੱਚ ਔਰੰਗਜ਼ੇਬ ਦੇ ਨਾਮ ਜ਼ਫਰਨਾਮਾ ਲਿਖਿਆ, ਜਿਸ ਵਿੱਚ ਉਹਨਾਂ ਨੇ ਔਰੰਗਜ਼ੇਬ ਨੂੰ ਉਸ ਦੇ ਕੀਤੇ ਗੁਨਾਹਾਂ ਦਾ ਅਹਿਸਾਸ ਕਰਵਾਇਆ। ਜ਼ਫਰਨਾਮਾ ਖਾਲਸੇ ਦੀ ਇਖਲਾਕੀ ਜਿੱਤ ਦਾ ਐਲਾਨ ਹੈ। ਤਲਵੰਡੀ ਸਾਬੋ ਸ਼੍ਰੀ ਦਮਦਮਾ ਸਾਹਿਬ ਵਿਖੇ ਮਾਤਾ ਸੁੰਦਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ। ਉਹਨਾਂ ਨੇ ਦਸਮ ਪਾਤਸ਼ਾਹ ਨੂੰ ਪੁੱਛਿਆ, ਇਹ ਪਾਤਸ਼ਾਹ, 4 ਚੰਦ ਜਿਹੇ ਮੁਖੜਿਆਂ ਚੋਂ ਇੱਕ ਵੀ ਨਜ਼ਰ ਨਹੀਂ ਆ ਰਿਹਾ, ਕਿੱਥੇ ਛੱਡ ਆਏ ਹੋ ਚਾਰੇ ਲਾਲ? ਇਸ ਸਵਾਲ ਨਾਲ ਧਰਤੀ ਤੇ ਅਸਮਾਨ ਡੋਲ ਗਏ। ਦਸਮ ਪਾਤਸ਼ਾਹ ਵੱਲੋਂ ਜਵਾਬ ਵਿੱਚ ਕਹੇ ਬੋਲਾਂ ਨੇ ਡੋਲਦੀ ਧਰਤੀ ਤੇ ਅਸਮਾਨ ਨੂੰ ਥੰਮ ਲਿਆ। ਉਸ ਜਵਾਬ ਵਿੱਚ ਉਹਨਾਂ ਦਾ ਸਮੁੱਚਾ ਜੀਵਨ ਇਤਿਹਾਸ ਤੇ ਆਪਣੇ ਖਾਲਸੇ ਲਈ ਅਨੁਠਾ ਪਿਆਰ ਅਤੇ ਵਿਸ਼ਵਾਸ ਭਰਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਵਿੱਚ ਸਜੇ ਸਿੰਘਾਂ ਵੱਲ ਸੰਕੇਤ ਕਰਕੇ ਕਿਹਾ, ਦਿਲ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ चार हुए तो क्या हुआ, जीवत कई हजार। दमदमा साहब विखे गुरु गोबिंद सिंह जी ने श्री गुरु ग्रंथ साहब की संपूर्ण भीड़ तैयार की थी।
ਭਾਈ ਮਨੀ ਸਿੰਘ ਤੇ ਹੋਰ ਲਿਖਾਰੀਆਂ ਤੋਂ ਉਸ ਭੀੜ ਦੇ ਉਤਾਰੇ ਤਿਆਰ ਕਰਵਾਏ ਤੇ ਦੱਖਣ ਦੀ ਯਾਤਰਾ ਤੇ ਰਵਾਨਾ ਹੋਏ। ਜਦ ਨੰਦੇੜ ਪਹੁੰਚੇ ਤਾਂ ਉਹਨਾਂ ਦੀ ਮੁਲਾਕਾਤ ਯੋਧੇ ਤੋਂ ਵਿਰਾਗੀ ਬਣੇ ਮਾਧੋ ਦਾਸ ਨਾਲ ਹੋਈ। ਦਸਮ ਪਾਤਸ਼ਾਹ ਦੀ ਸ਼ਖਸੀਅਤ ਅਤੇ ਉਹਨਾਂ ਦੇ ਬਚਨਾਂ ਨੇ ਮਾਧੋ ਦਾਸ ਦੀ ਜ਼ਿੰਦਗੀ ਦਾ ਵਹਿਣ ਹੀ ਬਦਲ ਦਿੱਤਾ। ਗੁਰੂ ਜੀ ਨੇ ਕਿਹਾ, हे ਮਾਧੋ, ਇਹ ਤੇਰਾ ਸ਼ਾਂਤ ਤੇ ਪਵਿੱਤਰ ਆਸ਼ਰਮ ਕਿਸ ਕੰਮ, ਜਦ ਕਿ ਤੇਰੀ ਮਾਤ ਭੂਮੀ ਉੱਤੇ ਮਜ਼ਲੂਮਾਂ ਦੇ ਖੂਨ ਦੀਆਂ ਨਦੀਆਂ ਵਹਿ ਰਹੀਆਂ। ਉੱਠ ਸ਼ਮਸ਼ੀਰ ਉਠਾ, ਜ਼ਾਲਮਾਂ